सतनाम श्री वाहिगुरु जी। जब लाओ नहीं भाग लिलार उदय, तब लाओ भ्रमते फिरते बहुतायो। कल घोर समुद्र में बूढ़त थे, कबहू मिट है नहीं रे पछतायो। तत् विचार यह मथुरा, जग तारन को अवतार बनायो। जपियो जिन अर्जुन देव गुरु, फिर संकट जोन गर्भ न आयो। जपियो जिन अर्जुन देव गुरु, फिर संकट जोन गर्भ न आयो। सतनाम श्री वाहिगुरु साहिब जी। बाल जुआनी अर बिरद फुन, तीन अवस्था जान। कहो नानक हर भजन बिन, बिरथा सब ही मान। कारण हो तो सो ना कियो, परियो लोभ कै फंद। नानक समयो रम गयो, अब क्यों रोवत अंध। नानक समयो रम गयो, अब क्यों रोवत अंध। वाहिगुरु जी का खालसा, वाहिगुरु जी की फतेह। परम सन्मानयोग गुरु खालसा, गुरु की साजी नवाजी साध संगत जी, धनता दे जोग हाँ वड्डियां भागां करके वड्डियां दी सिफत सलाह करन दा ये सुभाग समा परमेश्वर वाहिगुरु दे दिते होए शरीर सवास उन्हां दे बल उदम दा सदका प्राप्त हुंदा है। साहिब सतगुरु गुरु तेग बहादुर साहब सच्चे पातशाह जियां दे प्रकाश गुरपुरब दे संबंध विच पिछले लंबे समय तो सतगुरां दी पावन मुबारक रसना तो उचारण किए हुए जिथे सारे शब्दां दी विचार होई है, उथे जो आपां सारे भोग दे समय श्लोक सरवण करते हाँ, सतगुरां दे ओ सारे शब्दां दी विचार पिछले समयां तो प्रारंभ हो चुकी है, जिन्हां दी 34 शब्दां तक विचार होई। 35 ਅਤੇ 36 शब्द की विचार आप गुरु के सिख प्रचारक वीरां नाल सांझी करनी है। सतगुरु जी आप कृपा करके रहमत करके तरस करना। नाल दी नाल अज साहिब सतगुरु गुरु अर्जन देव साहब जी महाराज सच्चे पातशाह जियां दा गुरता गद्दी पावन गुरपुरब है, उस दे संबंध विच भी कुछ समा आपां विचार सांझी करांगे। आओ प्रेम नाल सतगुरां दे पावन शब्द की विचार नाल जुड़िए, असीस प्राप्त करिए। तेग बहादुर सिमरिया घर नौ निध आवे धाए, सब थाई होए सहाय। सतनाम श्री वाहिगुरु जी। बाल जुआनी अर बिरद फुन, तीन अवस्था जान। धन सतगुरु गुरु अर्जन देव साहब जी
ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਰਹਿਮਤ ਕਰਕੇ ਤਰਸ ਕਰਕੇ ਇਹ ਬਚਨ ਕਰਦੇ ਨੇ। ਗੁਰਸਿੱਖ ਸਤਿਗੁਰਾਂ ਦੇ ਪਾਸ ਵੀ ਜਦੋਂ ਬੈਠਦੇ ਰਹੇ ਮਹਾਰਾਜ, ਉਹਨਾਂ ਦੇ ਨਾਲ ਵੀ ਇਹ ਸਾਰੇ ਸਮੇਂ ਅਨੁਸਾਰ ਵਿਚਾਰਾਂ ਕਰਦੇ ਰਹੇ ਕਿ ਸਾਡਾ ਇਸ ਸੰਸਾਰ ਵਿੱਚ ਆਉਣਾ ਸਫਲਾ ਕਿਵੇਂ ਹੋ ਸਕਦਾ ਹੈ, ਕਿਵੇਂ ਅਸੀਂ ਕਿਸ ਜੀਵਨ ਵਿੱਚ ਪਰਮੇਸ਼ਰ ਵਾਹਿਗੁਰੂ ਦੀ ਵਡਿਆਈ, ਉਸ ਦੀ ਸਿਫਤ ਸਲਾਹ ਦੀ ਬਰਕਤ ਨੂੰ ਮਾਣ ਸਕਦੇ ਹਾਂ। ਸਾਹਿਬ ਗੁਰੂ ਅਰਜਨ ਦੇਵ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਬਚਨ ਕਰਦੇ, ਕੋਈ ਜੀਵ ਚਾਹੇ ਬਾਲ ਅਵਸਥਾ ਵਿੱਚ ਉਸ ਪਰਮੇਸ਼ਰ ਵਾਹਿਗੁਰੂ ਦੇ ਨਾਲ ਸਨੇਹ ਪਾ ਲਵੇ, ਜਵਾਨੀ ਦੀ ਅਵਸਥਾ ਵਿੱਚ ਸਨੇਹ ਪਾ ਲਵੇ ਜਾਂ ਬਿਰਧ ਅਵਸਥਾ ਵਿੱਚ ਵੀ ਸਨੇਹ ਪ੍ਰਾਪਤ ਕਰ ਲਵੇ, ਪਰਮੇਸ਼ਰ ਵਾਹਿਗੁਰੂ ਬਾਂਹ ਪਕੜ ਸਤਿਗੁਰ ਨਿਸਤਾਰਾ, ਉਹ ਬਾਂਹ ਪਕੜ ਕਰਕੇ ਬੁਢੇਪੇ ਵਿੱਚ ਵੀ ਆਪ ਪਰਮੇਸ਼ਰ ਵਾਹਿਗੁਰੂ ਸਹਾਇਤਾ ਕਰਦਾ ਹੈ। ਸਾਹਿਬ ਸਤਿਗੁਰੂ ਜੀ ਦੇ ਜੀਵਨ ਕਾਲ ਦੀਆਂ ਆਪਾਂ ਘਟਨਾਵਾਂ ਸਰਵਣ ਕਰਦੇ ਹਾਂ। ਜਦੋਂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਸੰਸਾਰ ਵਿੱਚ ਸਰੀਰ ਕਰਕੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਪਾਵਨ ਸੁੰਦਰ ਗ੍ਰਹਿ ਵਿਖੇ ਮਾਤ ਨਾਨਕੀ ਜੀ ਦੀ ਪਾਵਨ ਕੁੱਖ ਨੂੰ ਭਾਗ ਲਾ ਕੇ ਸੰਸਾਰ ਵਿੱਚ ਆਏ ਨੇ, ਤੇ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਜਦੋਂ ਸੁਨੇਹਾ ਪਹੁੰਚਿਆ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ, ਮਹਾਰਾਜ ਸੱਚੇ ਪਾਤਸ਼ਾਹ ਜੀ ਸਮੇਤ ਗੁਰਸਿੱਖ ਬਾਬਾ ਬੁੱਢਾ ਸਾਹਿਬ ਜੀ, ਭਾਈ ਗੁਰਦਾਸ ਜੀ, ਹੋਰ ਬੇਅੰਤ ਗੁਰਸਿੱਖਾਂ ਦੇ ਨਾਲ ਗੁਰੂ ਕੇ ਮਹਿਲ ਵਾਲੇ ਸਥਾਨ 'ਤੇ ਆਏ ਹਨ। ਸਾਹਿਬ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਬਾਲ ਅਵਸਥਾ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੂੰ ਆਪਣੇ ਮੁਬਾਰਕ ਹੱਥਾਂ ਵਿੱਚ ਪਕੜਿਆ। ਉੱਥੇ ਦੱਸਦੇ ਹਨ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਚਰਨਾਂ ਦੀ ਬੋਸੀ ਭਾਵ ਚਰਨਾਂ ਨੂੰ ਚੁੰਮਿਆ ਹੈ, ਬਹੁਤ ਅਦਬ ਕੀਤਾ। ਗੁਰਸਿੱਖਾਂ ਨੇ ਬੇਨਤੀ ਕਰਕੇ ਪੁੱਛਿਆ ਸੀ ਕਿ ਮਹਾਰਾਜ ਅਣੀ ਰਾਏ ਨੇ, ਅਟਲ ਰਾਏ ਨੇ, ਬਾਬਾ ਗੁਰਦਿੱਤਾ ਜੀ ਨੇ ਵੀ ਸੰਸਾਰ ਵਿੱਚ ਆਉਣਾ ਕੀਤਾ ਹੈ, ਪਰ ਇਹਨਾਂ ਨਾਲ ਇੰਨਾ ਸਨੇਹ ਕਿਉਂ? ਤੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਬਚਨ ਕੀਤਾ ਸੀ ਕਿ ਇਹਨਾਂ ਨੇ ਬਹੁਤ ਵੱਡੇ ਸੰਸਾਰ ਦੇ ਵਿੱਚ ਕਰਮ ਕਰਕੇ ਇਹ ਬਾਲ ਅਵਸਥਾ ਤੋਂ ਹੀ ਲੈ ਕੇ ਤੇ ਆਖਰੀ ਸਰੀਰ ਦੇ ਸਾਹ ਤੱਕ ਇੰਨੇ ਵੱਡੇ ਕਰਮ ਕਰਕੇ ਸੰਸਾਰ ਦੇ ਵਿੱਚ ਜਾਣਾ ਹੈ ਕਿ ਜਿਨ੍ਹਾਂ ਦੀ ਸਲੌਤ, ਜਿਨ੍ਹਾਂ ਦੀ ਸਿਫਤ ਕੋਈ ਸੰਸਾਰ ਦਾ ਜੀਵ ਨਹੀਂ ਕਰ ਸਕਦਾ। ਸੰਸਾਰ ਦੇ ਵਿੱਚ ਪਰਮੇਸ਼ਰ ਵਾਹਿਗੁਰੂ ਦੀ ਸਿਫਤ ਸਲਾਹ ਵਿੱਚ ਭਗਤਾਂ ਦੀ ਰਚਨਾ ਤੋਂ ਵੀ ਐਸੇ ਬਚਨ ਆਉਂਦੇ ਨੇ ਕਿ ਜੋ ਇਹ ਸੰਸਾਰ ਦੀ ਰਚਨਾ ਦੀ ਗੱਲ ਕਰੀਏ ਕਿ ਜਿਹੜਾ ਪਰਮੇਸ਼ਰ ਵਾਹਿਗੁਰੂ ਹੈ ਉਹ ਇਸ ਸਰੀਰ ਦੇ ਅੰਦਰ ਦਿੱਤੇ ਸਵਾਸਾਂ ਦੀ ਜਿੰਨੀ ਗਿਣਤੀ ਪਰਮੇਸ਼ਰ ਵਾਹਿਗੁਰੂ ਨੇ ਦਿੱਤੀ ਹੁੰਦੀ ਹੈ, ਉਹਨਾਂ ਦੀ ਸਵਾਸਾਂ ਦੀ ਗਿਣਤੀ ਕੇਵਲ ਤੇ ਕੇਵਲ ਪਰਮੇਸ਼ਰ ਵਾਹਿਗੁਰੂ ਨੂੰ ਪਤਾ ਹੁੰਦਾ ਹੈ। ਗੁਰਬਾਣੀ ਦਾ ਬਚਨ ਹੈ, ਮਰਨ ਲਿਖਾਏ ਮੰਡਲ ਮਹਿ ਆਏ, ਕਿ ਇਹ ਮੌਤ ਦਾ ਜਿਹੜਾ ਸਮਾਂ ਹੈ ਉਹ ਪਹਿਲਾਂ ਲਿਖਾ ਕੇ ਮਨੁੱਖ ਸੰਸਾਰ ਵਿੱਚ ਆਉਂਦਾ ਹੈ। ਇਸ ਕਰਕੇ ਬਾਰੇ ਬੁੱਢੇ ਤਰੁਣੇ ਭਈਆ ਸਭ ਹੂੰ ਜਮ ਲੈ ਜਈ ਹੈ ਰੇ, ਕਿ ਉਹਦੀ ਮਰਜ਼ੀ ਆਵੇ ਉਹ ਬਾਲ ਅਵਸਥਾ ਵਿੱਚ ਲੈ ਜਾਂਦਾ ਹੈ, ਉਹਦੀ ਮਰਜ਼ੀ ਆਵੇ ਤਰੁਣੇ ਕਹਿੰਦੇ ਜਵਾਨੀ ਦੀ ਅਵਸਥਾ ਵਿੱਚ ਲੈ ਜਾਂਦਾ ਹੈ, ਉਹਦੀ ਮਰਜ਼ੀ ਆਵੇ ਤੇ ਉਹ ਬਿਰਧ ਅਵਸਥਾ ਵਿੱਚ ਲੈ ਕੇ ਜਾਂਦਾ ਹੈ। ਸਾਹਿਬ ਸਤਿਗੁਰੂ ਜੀ ਅੱਗੇ ਜਾ ਕੇ ਬਚਨ ਕਰਦੇ ਕਿ ਜੇ ਜਵਾਨੀ ਦੀ ਉਮਰ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੂੰ ਜਾਣੀਏ
ਤੇ ਤਕਰੀਬਨ ਕਰਕੇ ਉਹਨਾਂ ਦੀ ਉਸ ਵਕਤ ਜਦੋਂ ਕਰਤਾਰਪੁਰ ਸਾਹਿਬ ਜੀ ਦੀ ਜੰਗ ਹੁੰਦੀ ਹੈ ਤੇ 13 ਕੁ ਸਾਲ ਦੀ ਸਰੀਰਕ ਉਮਰ ਹੈ, ਸੰਸਾਰਕ ਜਿਹੜੀ ਉਮਰ ਹੈ। ਤੇ ਤੇਗ ਦੇ ਜੌਹਰ ਇੰਨੇ ਤਰੀਕੇ ਦੇ ਨਾਲ ਦਿਖਾਉਂਦੇ ਨੇ ਉੱਥੇ ਜੰਗ ਦੇ ਮੈਦਾਨ ਵਿੱਚ, ਜਵਾਨੀ, ਚੜ੍ਹਦੀ ਜਵਾਨੀ ਵਿੱਚ ਮਹਾਰਾਜ, ਕਿ ਜ਼ੋਰ ਜ਼ੋਰ ਦੀ ਉੱਚੀ ਪੁਕਾਰ ਪੁਕਾਰ ਕੇ ਮਹਾਰਾਜ ਸੱਚੇ ਪਾਤਸ਼ਾਹ ਉੱਥੇ ਬਚਨ ਕਰਦੇ, ਆਓ ਜੰਗ ਦੇ ਮੈਦਾਨ ਵਿੱਚ ਜਿਹਨੇ ਜੂਝਣਾ ਹੈ ਸਾਡੇ ਨਾਲ ਆਣ ਕੇ ਜੂਝੇ। ਮਾਤਾਵਾਂ ਦੇਖਦੀਆਂ ਨੇ, ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇਖਦੇ ਨੇ, ਪਿਆਰ ਕਰਦੇ ਨੇ, ਇਹ ਬਚਨ ਕਰਦੇ ਨੇ ਕਿ ਇਹ ਸਾਡਾ ਤੇਗ ਬਹਾਦਰ, ਭਾਵ ਕਿ ਤੇਗ ਦਾ ਧਨੀ ਸੂਰਮਾ, ਇਹ ਬਹਾਦਰ ਸੂਰਮਾ ਹੈ, ਸਾਡਾ ਲਾਲ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ। ਸੰਸਾਰ ਦੇ ਵਿੱਚ ਜੇ ਸਤਿਗੁਰਾਂ ਦੇ ਪੋਤਰਿਆਂ ਨੂੰ ਦੇਖੀਏ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਲਾਲਾਂ ਨੂੰ ਦੇਖੀਏ, ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਇਹ ਵੱਡੇ ਸਾਹਿਬਜ਼ਾਦੇ ਹਨ, ਇਹ ਜਵਾਨੀ ਦੀ ਅਵਸਥਾ ਵਿੱਚ ਹਨ। ਤੇ ਜੇ ਬਾਲ ਅਵਸਥਾ ਨੂੰ ਚੱਲੀਏ ਤੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਜੀ, ਨਾਮ ਦੀ ਧੁਰ ਤੋਂ ਹੀ ਗੁੜਤੀ ਜਿਨ੍ਹਾਂ ਨੂੰ ਪ੍ਰਾਪਤ ਹੋਈ ਹੈ, ਤੇ ਨਾਮ ਕਰਕੇ ਇੰਨੀ ਬਰਕਤ ਨੂੰ ਉਹ ਸੰਸਾਰ ਦੇ ਵਿੱਚ ਵੰਡ ਕੇ ਗਏ ਕਿ ਅੱਜ ਤੱਕ ਸਰਹੰਦ ਦੀ ਧਰਤੀ 'ਤੇ ਜੋ ਨਤਮਸਤਕ ਹੋਣ ਵਾਸਤੇ ਜਾਂਦਾ ਹੈ, ਉਹ ਸਾਹਿਬਜ਼ਾਦਿਆਂ ਦੇ ਪਾਵਨ ਪਵਿੱਤਰ ਅਸਥਾਨ ਜਿੱਥੇ ਸੰਸਕਾਰ ਹੋਇਆ ਹੈ, ਗਿਣਤੀ ਮਿਣਤੀ ਦੇ ਉਸ ਸੰਸਕਾਰ ਅਸਥਾਨ ਨੂੰ ਦੇਖ ਕਰਕੇ ਕੋਈ ਐਸਾ ਮਨੁੱਖ ਨਹੀਂ ਕਿ ਜਿਨ੍ਹਾਂ ਦੇ ਹੰਝੂ ਨਾ ਕਿਰੇ ਹੋਣਗੇ। ਇਹ ਧੰਨ ਹਨ ਉਹ ਬਾਲ ਅਵਸਥਾ ਵਿੱਚ ਸੰਸਾਰ ਦੇ ਵਿੱਚ ਆਉਣ ਵਾਲੇ ਸਾਹਿਬ ਦੇ ਸਾਹਿਬਜ਼ਾਦੇ, ਜਿਨ੍ਹਾਂ ਨੇ ਬਾਲ ਅਵਸਥਾ ਵਿੱਚ ਸੰਸਾਰ ਦੇ ਵੱਡੇ ਤੋਂ ਵੱਡੇ ਅਹਿਲਕਾਰ, ਵੱਡੇ ਤੋਂ ਵੱਡੇ ਐਸੇ ਰਾਜੇ ਦੇ ਸਾਹਮਣੇ ਵੀ ਸੰਸਾਰ ਦੀ ਕਿਸੇ ਰੀਤ ਅਨੁਸਾਰ ਝੁਕਣਾ ਨਹੀਂ ਕੀਤਾ, ਕੇਵਲ ਤੇ ਕੇਵਲ ਨਿਰੰਕਾਰ ਪਰਮੇਸ਼ਰ ਵਾਹਿਗੁਰੂ ਦੇ ਸ਼ਬਦ ਵਿੱਚ ਝੁਕੇ ਹਨ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜੀ ਇੱਥੇ ਅੱਜ ਦੇ ਪਾਵਨ ਸ਼ਬਦਾਂ ਰਾਹੀਂ ਇਹੀ ਬਚਨ ਕਰਦੇ ਹਨ ਕਿ ਕੋਈ ਬਾਲ ਅਵਸਥਾ ਵਿੱਚ ਪਰਮੇਸ਼ਰ ਨੂੰ ਯਾਦ ਕਰੇ, ਜਵਾਨੀ ਦੀ ਅਵਸਥਾ ਵਿੱਚ ਯਾਦ ਕਰੇ, ਬਿਰਧ ਅਵਸਥਾ ਵਿੱਚ ਕੋਈ ਯਾਦ ਕਰੇ, ਤਿੰਨੇ ਅਵਸਥਾਵਾਂ ਵਿੱਚ ਪਰਮੇਸ਼ਰ ਵਾਹਿਗੁਰੂ ਮਨੁੱਖ ਦੇ ਮਨ ਦੇ ਅੰਦਰ ਦੀ ਭਾਵਨਾ ਨੂੰ ਜਾਣ ਕਰਕੇ ਪਰਮੇਸ਼ਰ ਨਾਮ ਦਾ ਰੰਗ ਲਾ ਕੇ ਉਹਨੂੰ ਨਿਵਾਜਦਾ ਹੈ। ਤਿੰਨ ਹੀ ਸਮੇਂ ਹਨ ਮਨੁੱਖ ਦੇ ਉੱਤੇ ਆਉਂਦੇ, ਬਚਪਨ ਦਾ ਸਮਾਂ ਆਉਂਦਾ ਹੈ, ਜਵਾਨੀ ਦਾ ਸਮਾਂ ਅਤੇ ਬਿਰਧ ਅਵਸਥਾ ਦਾ ਸਮਾਂ ਆਉਂਦਾ ਹੈ। ਮਨੁੱਖ ਦੀ ਆਪਣੇ ਮਨ ਦੇ ਅੰਦਰ ਦੀ ਗੱਲ ਹੈ, ਭਾਵਨਾ ਹੈ ਕਿ ਮਨੁੱਖ ਜਿਹੜਾ ਪਰਮੇਸ਼ਰ ਵਾਹਿਗੁਰੂ ਨਾਲ ਸ਼ਬਦ ਨਾਲ ਜੁੜਦਾ ਹੈ ਜਾਂ ਨਹੀਂ ਜੁੜਦਾ। ਅਗਲਾ ਜਾ ਕੇ ਮਹਾਰਾਜ ਵਚਨ ਕਰਦੇ, ਕਹੋ ਨਾਨਕ ਹਰ ਭਜ ਮਨਾ, ਬਿਰਥਾ ਸਭ ਹੀ ਮਾਨ। ਇਹ ਸੰਸਾਰ ਦੇ ਜਿੰਨੇ ਸੁੱਖ ਹਨ ਇਹ ਸਾਰੇ ਬੇਅਰਥ ਹਨ, ਕੇਵਲ ਤੇ ਕੇਵਲ ਪਰਮੇਸ਼ਰ ਵਾਹਿਗੁਰੂ ਦਾ ਨਾਮ ਹੀ ਸੰਸਾਰ ਦੇ ਵਿੱਚ ਉੱਚ ਅਵਸਥਾ ਇਹ ਬਖਸ਼ਿਸ਼ ਕਰਨ ਵਾਲਾ ਹੈ। ਸੰਸਾਰ ਦੀਆਂ ਵਸਤੂਆਂ, ਸੰਸਾਰ ਦੀ ਕੋਈ ਵੀ ਚੀਜ਼ ਜਿਹੜੀ ਹੈ ਉਹ ਨਿਰੰਕਾਰ ਦੇ ਦੇਸ਼ ਤੱਕ ਨਹੀਂ ਪਹੁੰਚਾਉਣ ਵਾਲੀ। ਅਗਲਾ ਬਚਨ ਮਹਾਰਾਜ ਕਰਦੇ, ਕਰਨੋ ਹੁਤੋ ਸੋ ਨਾ ਕੀਓ, ਪਰਿਓ ਲੋਭ ਕੈ ਫੰਦ। ਜੋ ਕਰਨਾ ਸੀ ਸੰਸਾਰ ਦੇ ਵਿੱਚ ਇਸ ਮਨੁੱਖਾ ਜਨਮ ਨੂੰ ਧਾਰਨ ਕਰਕੇ ਉਹ ਨਹੀਂ ਕੀਤਾ, ਕੇਵਲ ਤੇ ਕੇਵਲ ਮਾਇਆ ਦੇ ਮੋਹ ਦੇ ਫੰਦੇ ਦੇ ਅੰਦਰ ਹੀ ਫਸਿਆ ਰਿਹਾ, ਮਾਇਆ ਦੇ ਵਿੱਚ ਹੀ ਗਰਸਿਆ ਰਿਹਾ। ਜੋ ਕਰਨ ਵਾਸਤੇ ਸੰਸਾਰ ਵਿੱਚ ਆਇਆ ਸੀ ਉਹ ਸੰਸਾਰ ਵਿੱਚ ਨਹੀਂ ਕੀਤਾ। ਗੁਰੂ ਅਰਜਨ ਦੇਵ ਸਾਹਿਬ ਜੀ ਦੇ ਬਚਨ ਹਨ, ਜਿਵੇਂ ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ
ਬਰੀਆ। ਇਹ ਵਾਰੀ ਸੀ, ਇਹ ਸਮਾਂ ਸੀ ਮਨੁੱਖਾ ਜਨਮ ਵਿੱਚ ਪਰਮੇਸ਼ਰ ਵਾਹਿਗੁਰੂ ਦੀ ਵਡਿਆਈ, ਉਹਦੀ ਸਿਫਤ ਸਲਾਹ ਕਰਨ ਦਾ। ਭਾਵੇਂ ਕਿ ਸਾਰੀ ਸ੍ਰਿਸ਼ਟੀ, ਸਾਰੀ ਕਾਇਨਾਤ, ਇੱਥੋਂ ਤੱਕ ਜਦੋਂ ਆਪਾਂ ਸੋਦਰ ਦੀ ਬਾਣੀ ਪੜ੍ਹਦੇ ਹਾਂ, ਇੱਕ ਇੱਕ ਸ਼ਬਦ ਨੂੰ ਵਿਚਾਰੀਏ ਤੇ ਉਸ ਪਾਵਨ ਬਾਣੀ ਅੰਦਰ ਸਾਰੀ ਕਾਇਨਾਤ ਪਰਮੇਸ਼ਰ ਵਾਹਿਗੁਰੂ ਦੀ ਸਿਫਤ ਸਲਾਹ ਆਪਣੀ ਆਪਣੀ ਬੋਲੀ ਵਿੱਚ ਕਰਦੀ ਹੈ। ਪਾਣੀ ਵੀ ਸਿਫਤ ਕਰਦਾ ਹੈ, ਅੱਗ ਵੀ ਪਰਮੇਸ਼ਰ ਨੂੰ ਸਿਮਰਦੀ ਹੈ, ਹਵਾ ਵੀ ਪਰਮੇਸ਼ਰ ਨੂੰ ਸਿਮਰਦੀ ਹੈ, ਧਰਤੀ, ਆਕਾਸ਼, ਚੰਦ, ਸੂਰਜ, ਤਾਰੇ ਆਪਣੀ ਆਪਣੀ ਬੋਲੀ ਵਿੱਚ ਕਰਤਾਰ ਪਰਮੇਸ਼ਰ ਵਾਹਿਗੁਰੂ ਦੇ ਹੁਕਮ ਅਨੁਸਾਰ ਆਪਣਾ ਜੀਵਨ ਚੇਤੇ ਵਿੱਚ ਰੱਖਦੇ ਨੇ। ਪਰ ਹੈ ਮਨੁੱਖ, ਤੂੰ ਜਿਸ ਕਾਰਜ ਵਾਸਤੇ ਇਹ ਮਨੁੱਖਾ ਦੇਹੀ ਤੈਨੂੰ ਪ੍ਰਾਪਤ ਹੋਈ ਸੀ, ਉਹ ਕਾਰਜ ਤੂੰ ਕੀਤਾ ਨਹੀਂ। ਕੇਵਲ ਤੇ ਕੇਵਲ ਮਾਇਆ ਦੇ ਮੋਹ, ਲੋਭ ਲਾਲਚ ਵਿੱਚ ਹੀ ਫਸਿਆ ਰਿਹਾ। ਨਾਨਕ ਸਮਿਓ ਰਮ ਗਇਓ, ਅਬ ਕਿਉਂ ਰੋਵਤ ਅੰਧ। ਹੁਣ ਤਾਂ ਜ਼ਿੰਦਗੀ ਦਾ ਸਾਰਾ ਸਮਾਂ ਨਿਕਲ ਚੁੱਕਾ ਹੈ। ਹੁਣ ਤਾਂ ਆਖਰੀ ਸਾਹ ਵਿੱਚ ਵੀ ਉੱਥੇ ਲਿਖਿਆ ਹੈ ਗੁਰਬਾਣੀ ਵਿੱਚ ਕਿ ਜਿਹੜੀ ਜ਼ਬਾਨ ਹੈ, ਸ਼ਰੂਦਾ ਕੰਠ ਸ਼ਬਦ ਨਹੀਂ ਉਚਰੈ, ਅਬ ਕਿਆ ਕਰਹਿ ਪ੍ਰਾਨੀ। ਕਿ ਹੁਣ ਤੇ ਜ਼ਬਾਨ ਵੀ ਚੰਗੀ ਤਰ੍ਹਾਂ ਬੋਲ ਨਹੀਂ ਸਕਦੀ, ਹੁਣ ਕਿਵੇਂ ਪਰਮੇਸ਼ਰ ਵਾਹਿਗੁਰੂ ਦਾ ਸਿਮਰਨ ਕਰੇਗਾ। ਹੁਣ ਤਾਂ ਕਿਸੇ ਅਰਥ ਵਿੱਚ ਵੀ ਨਹੀਂ। ਇਸ ਕਰਕੇ ਜ਼ਿੰਦਗੀ ਦਾ ਸਾਰਾ ਹੀ ਸਮਾਂ ਬੇਅਰਥ ਸੰਸਾਰ ਦੇ ਵਿੱਚੋਂ ਗੁਜ਼ਰ ਗਿਆ। ਹੁਣ ਕਿਉਂ ਰੋਂਦਾ ਫਿਰਦਾ ਹੈ? ਹੁਣ ਕਿਹੜਾ ਲਾਭ ਪ੍ਰਾਪਤ ਹੋਵੇਗਾ? ਕੋਈ ਵੀ ਲਾਭ ਤੈਨੂੰ ਪ੍ਰਾਪਤ ਨਹੀਂ ਹੋਵੇਗਾ। ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ, 2 ਸ਼ਬਦਾਂ ਦੀ ਵਿਚਾਰ ਸਾਂਝੀ ਕਰਵਾਈ ਹੈ। 2 ਸ਼ਬਦਾਂ ਦੀ ਵਿਚਾਰ ਕਰਦਿਆਂ ਤੋਂ ਹੋਈਆਂ ਭੁੱਲਾਂ ਦੀ ਮੁਆਫੀ। ਹੁਣ ਆ ਕੁਝ ਸਮਾਂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਗੁਰਤਾ ਗੱਦੀ ਦਿਵਸ ਦੇ ਸੰਬੰਧ ਵਿੱਚ ਗੁਰੂ ਕੇ ਸ਼ਬਦ ਵਿਚਾਰ ਨਾਲ ਜੁੜੀਏ, ਗੁਰੂ ਕੀ ਵਡਿਆਈ ਨਾਲ ਜੁੜੀਏ। ਸਤਿਗੁਰੂ ਜੀ ਕਿਰਪਾ ਕਰਦੇ ਨੇ। ਧੰਨ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੂੰ ਗੁਰਤਾ ਗੱਦੀ ਦੀ ਪ੍ਰਾਪਤੀ ਹੋਣ ਤੋਂ ਉਪਰੰਤ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਨੇ ਮਹਾਨ ਕਿਰਪਾ ਕਰਕੇ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਪਾਵਨ ਧਰਤੀ ਨੂੰ ਭਾਗ ਲਾਉਣ ਵਾਸਤੇ, ਵਸਾਉਣ ਵਾਸਤੇ ਭੇਜਿਆ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਲਾਹੌਰ ਤੇ ਹੋਰ ਬਹੁਤ ਦੇਸ਼ਾਂ ਵਿਦੇਸ਼ਾਂ ਤੋਂ, ਪਿੰਡਾਂ ਤੋਂ, ਨਗਰਾਂ ਤੋਂ, ਸ਼ਹਿਰਾਂ ਤੋਂ ਲਿਆ ਕੇ ਲੋਕਾਂ ਨੂੰ ਸੱਦੇ ਪੱਤਰ ਭੇਜ ਕਰਕੇ ਇਸ ਨਗਰੀ ਨੂੰ ਵਸਾਇਆ, ਜਿੱਥੇ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਇਸ ਅਸਥਾਨ ਦੀ ਸੇਵਾ ਵਿੱਚ ਹਾਜ਼ਰ ਹੋਏ। ਉੱਥੇ ਸਤਿਗੁਰਾਂ ਦੇ 3 ਸਪੁੱਤਰ ਵੀ ਮਹਾਰਾਜ ਦੇ ਨਾਲ ਸੇਵਾ ਵਿੱਚ ਹਾਜ਼ਰ ਹੁੰਦੇ ਰਹੇ। ਜਿੱਥੇ ਸਤ ਸੰਗਤ ਵਿੱਚ ਬੇਅੰਤ ਸੰਗਤਾਂ ਗੁਰੂ ਕੇ ਜਸ ਨੂੰ ਮਾਣਦੀਆਂ, ਉੱਥੇ ਸਤਿਗੁਰਾਂ ਦੇ 3 ਸਪੁੱਤਰ ਬਾਬਾ ਪ੍ਰਿਥੀ ਚੰਦ ਜੀ, ਬਾਬਾ ਮਹਾਦੇਵ ਜੀ, ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਵੀ ਸਤਿਗੁਰੂ ਜੀ ਦੇ ਘਰ ਦੀ ਸੇਵਾ ਅਤੇ ਸਿਮਰਨ ਨੂੰ ਮਾਣਦੇ। ਪਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਘਰ ਦੀ ਜਿਹੜੀ ਮਰਿਆਦਾ ਹੈ, ਉਹ ਕਸਵੱਟੀ 'ਤੇ ਪਰਖ ਲਾ ਕੇ ਫਿਰ ਉਹ ਸਮਾਂ ਗੁਰਤਾ ਦਾ ਉਸ ਪ੍ਰਾਪਤ ਹੁੰਦਾ ਹੈ। ਦੱਸਦੇ ਹਨ ਕਿ ਸਾਹਿਬ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਦੇ ਤਾਇਆ ਸਹਾਰੀ ਮਲ ਜੀ ਆਏ, ਬਹੁਤ ਅਦਬ ਨਾਲ ਆਣ ਕਰਕੇ ਬੇਨਤੀ ਕੀਤੀ ਕਿ ਸਪੁੱਤਰ ਦਾ ਵਿਆਹ ਹੈ ਅਤੇ ਤੁਸੀਂ ਉਸ ਵਿਆਹ ਵਿੱਚ ਸਮੂਲੀਅਤ ਕਰੋ, ਆਓ। ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਨੇ ਬਹੁਤ ਅਦਬ ਕੀਤਾ, ਵੱਡੇ ਜਾਣ ਕਰਕੇ ਨਾਲ ਇਹ ਅਦਬ ਨਾਲ ਬਿਠਾ ਕੇ ਬਚਨ ਕੀਤਾ ਕਿ ਇੱਥੇ ਹੁਣ ਸੰਗਤ ਆਉਂਦੀ ਹੈ, ਜੇ ਤੁਹਾਡੇ ਕੋਲ ਅਸੀਂ ਜਾਵਾਂਗੇ ਤਾਂ ਸਾਰੀਆਂ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਤੁਹਾਡੇ ਪਾਸ ਆਉਣਗੀਆਂ। ਬਹੁਤਾਤ ਵਿੱਚ ਉੱਥੇ ਫਿਰ ਭੀੜ ਹੋਵੇਗੀ, ਖਰਚਾ ਹੋਵੇਗਾ। ਭਾਵੇਂ ਕਿ ਸਤਿਗੁਰੂ ਆਪ ਸਮਰੱਥ ਹਨ, ਪਰ ਕਲਾ ਵਰਤਾਉਂਦੇ ਨੇ ਹਰ ਕਾਰਜ ਵਿੱਚ। ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਸਰਬ ਕਲਾ ਸਮਰੱਥ ਸਤਿਗੁਰੂ ਜੀ ਨੇ ਬਚਨ ਕੀਤਾ ਕਿ ਅਸੀਂ ਆਪਣੀ ਜਗ੍ਹਾ 'ਤੇ ਆਪਣੇ ਸਪੁੱਤਰਾਂ ਨੂੰ ਭੇਜਦੇ ਹਾਂ।
ਵੱਡੇ ਸਪੁੱਤਰ ਪ੍ਰਿਥੀ ਚੰਦ ਨੂੰ ਆਵਾਜ਼ ਦਿੱਤੀ। ਪ੍ਰੇਮ ਨਾਲ ਪੁੱਛਿਆ ਕਿ ਬੇਟਾ ਜੀ, ਲਾਲ ਜੀ, ਤਾਇਆ ਜੀ ਆਏ ਹਨ, ਇਹਨਾਂ ਦੇ ਸਪੁੱਤਰ ਦਾ ਵਿਆਹ ਹੈ, ਤੁਸੀਂ ਉਸ ਵਿਆਹ ਵਿੱਚ ਸ਼ਮੂਲੀਅਤ ਕਰੋ, ਸਾਰੇ ਕਾਰਜਾਂ ਵਿੱਚ ਇਹਨਾਂ ਦਾ ਹੱਥ ਵਟਾਓ। ਤੇ ਦੱਸਦੇ ਹਨ ਕਿ ਪ੍ਰਿਥੀ ਚੰਦ ਨੇ ਜਵਾਬ ਦੇ ਦਿੱਤਾ ਕਿ ਪਿਤਾ ਜੀ, ਇੱਥੇ ਵੀ ਬੜਾ ਕੰਮ ਹੈ, ਸੰਗਤ ਆਉਂਦੀ ਹੈ, ਸਾਰਾ ਹਿਸਾਬ ਕਿਤਾਬ ਇੱਥੇ ਚੈੱਕ ਕਰਦੇ ਆ, ਦੇਖਦੇ ਆ, ਇਸ ਕਰਕੇ ਇਹਨਾਂ ਸਮਿਆਂ ਵਿੱਚ ਸਾਡਾ ਨਹੀਂ ਜਾਣਾ ਬਣਦਾ, ਤੁਸੀਂ ਛੋਟੇ ਭਰਾਤਾਂ ਨੂੰ ਭੇਜ ਦਿਓ। ਮਹਾਰਾਜ ਸਮਰੱਥ ਸਤਿਗੁਰੂ ਜੀ ਨੇ ਮਹਾਦੇਵ ਨੂੰ ਆਵਾਜ਼ ਦਿੱਤੀ। ਮਹਾਦੇਵ ਨੂੰ ਵੀ ਬੜੇ ਅਦਬ ਨਾਲ ਪੁੱਛਿਆ, ਬੇਟਾ ਜੀ, ਸਹਾਰੀ ਮਲ ਦੇ ਤਾਏ ਜੀ ਦੇ ਬੇਟੇ ਦਾ ਵਿਆਹ ਹੈ, ਤੁਸੀਂ ਜਾਓ, ਉਸ ਵਿਆਹ ਵਿੱਚ ਸ਼ਮੂਲੀਅਤ ਕਰੋ। ਤੇ ਦੱਸਦੇ ਹਨ ਕਿ ਮਹਾਦੇਵ ਜੀ ਨੇ ਵੀ ਇਹ ਬਚਨ ਅੱਗੋਂ ਕੀਤਾ ਕਿ ਪਿਤਾ ਸਤਿਗੁਰੂ ਜੀ, ਅਸੀਂ ਤਾਂ ਨਾ ਸਾਡਾ ਵਿਆਹ ਨਾਲ ਸੰਬੰਧ, ਨਾ ਕਿਸੇ ਹੋਰ ਦੇਣ ਲੈਣ ਨਾਲ ਸੰਬੰਧ, ਇਸ ਕਰਕੇ ਅਸੀਂ ਵਿਆਹ 'ਤੇ ਜਾ ਕੇ ਕੀ ਕਰਾਂਗੇ। ਜਵਾਬ ਮਿਲਿਆ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਹਜ਼ੂਰ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੂੰ ਬਹੁਤ ਲਾਡ ਨਾਲ ਕੋਲ ਬੁਲਾਇਆ ਤੇ ਪੁੱਛਿਆ, ਬੇਟਾ ਜੀ, ਤਾਏ ਜੀ ਦੇ ਸਪੁੱਤਰ ਦਾ ਵਿਆਹ ਹੈ, ਤੁਸੀਂ ਉਸ ਵਿਆਹ ਵਿੱਚ ਕੁਝ ਸਮਾਂ ਸ਼ਮੂਲੀਅਤ ਕਰੋ, ਉੱਥੇ ਜਾ ਕਰਕੇ ਸਾਰੇ ਕਾਰਜ ਨੂੰ ਦੇਖੋ, ਸਾਰੇ ਕਾਰਜਾਂ ਦੇ ਵਿੱਚ ਹੱਥ ਵਟਾਓ। ਸਾਹਿਬ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੇ ਗਲ ਵਿੱਚ ਪੱਲਾ ਪਾਇਆ, ਸਤਿਗੁਰਾਂ ਦੇ ਪਾਵਨ ਚਰਨਾਂ 'ਤੇ ਨਮਸਕਾਰ ਕੀਤੀ, ਬੇਨਤੀ ਕੀਤੀ, ਮਹਾਰਾਜ ਜਿਵੇਂ ਆਪ ਜੀ ਦਾ ਹੁਕਮ ਹੋਵੇ। ਤੇ ਦੱਸਦੇ ਹਨ ਕਿ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਨੇ ਕੋਲ ਬਿਠਾਇਆ। ਅਦਬ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੂੰ ਇਹ ਬਚਨ ਕੀਤੇ ਕਿ ਬੇਟਾ ਜੀ, ਜਾਓ, ਕਿਸੇ ਤਰ੍ਹਾਂ ਦੀ ਵਿਆਹ ਵਿੱਚ ਕਮੀ ਨਾ ਆਵੇ, ਸਤ ਸੰਗਤ ਕਰਨੀ, ਪਰਮੇਸ਼ਰ ਵਾਹਿਗੁਰੂ ਦੀ ਸਿਫਤ ਸਲਾਹ ਵਿੱਚ ਲਾਹੌਰ ਦੀਆਂ ਸੰਗਤਾਂ ਨੂੰ ਜੋੜਨਾ ਹੈ। ਤੇ ਜਿੰਨਾ ਸਮਾਂ ਅਸੀਂ ਤੁਹਾਨੂੰ ਉੱਥੋਂ ਨਾ ਬੁਲਾਈਏ ਲਾਹੌਰ ਤੋਂ, ਓਨਾ ਸਮਾਂ ਤੁਸੀਂ ਲਾਹੌਰ ਤੋਂ ਵਾਪਸ ਆਉਣਾ ਨਹੀਂ। ਸਾਹਿਬ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੇ ਸਤਿਗੁਰਾਂ ਦੇ ਬਚਨ ਨੂੰ ਸੱਤ ਕਰਕੇ ਮੰਨਿਆ। ਸਨਮਾਨਯੋਗ ਮਾਤਾ ਬੀਬੀ ਭਾਨੀ ਜੀ ਦੇ ਪਾਸੋਂ ਅਸੀਸ ਨੂੰ ਪ੍ਰਾਪਤ ਕਰਨ ਵਾਸਤੇ ਘਰ ਗਏ। ਮਾਤਾ ਜੀ ਨੇ ਵੀ ਬੜੇ ਅਦਬ ਨਾਲ ਇਹ ਬਚਨ ਸਮਝਾਇਆ ਕਿ ਲਾਲ ਜੀ, ਤੁਹਾਡੇ ਪਿਤਾ ਸਤਿਗੁਰੂ ਜੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀ ਬਰਕਤ ਨੂੰ ਮਾਣਦੇ ਨੇ, ਸੰਸਾਰ ਵਿੱਚ ਖੁਸ਼ੀ ਵੰਡਦੇ ਨੇ, ਤੁਸੀਂ ਉਹਨਾਂ ਦਾ ਬਚਨ ਲਿਆ ਏ, ਇਸ ਬਚਨ ਨੂੰ ਪੂਰਾ ਕਰਕੇ ਦਿਖਾਉਣਾ ਹੈ, ਅਧੂਰਾ ਕਰਕੇ ਛੱਡ ਕੇ ਨਹੀਂ ਆਉਣਾ। ਜਿਵੇਂ ਉਹਨਾਂ ਨੇ ਬਚਨ ਕਰ ਦਿੱਤਾ, ਉਸ ਬਚਨ ਦੀ ਕਮਾਈ ਕਰਨੀ ਹੈ। ਮਾਤਾ ਜੀ ਦੇ ਚਰਨਾਂ ਤੋਂ ਅਸੀਸ ਪ੍ਰਾਪਤ ਕੀਤੀ, ਤਿਆਰੀ ਕੀਤੀ। ਅਗਲੇ ਦਿਨ ਤੇ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਲਾਹੌਰ ਦੀ ਧਰਤੀ 'ਤੇ ਗਏ ਹਨ। ਵਿਆਹ ਦੇ ਸਾਰੇ ਕਾਰਜ ਹੋਏ। ਉਸ ਤੋਂ ਬਾਅਦ ਵਿੱਚ ਚੂਨਾ ਮੰਡੀ ਲਾਹੌਰ, ਜਿੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਅਸਥਾਨ ਹੈ, ਉੱਥੇ ਆਣ ਕੇ ਸਿੱਖ ਸੰਗਤਾਂ ਦੇ ਵਿੱਚ ਦੋਨੇ ਸਮੇਂ ਦੀਵਾਨ ਸਜਾਉਂਦੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀ ਸਿਫਤ ਸਲਾਹ ਵਿੱਚ ਜੁੜਦੇ ਹਨ। ਬਹੁਤ ਲੰਬਾ ਸਮਾਂ ਉਡੀਕ ਹੋਈ। ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਘਰ ਤੋਂ ਕੋਈ ਸੁਨੇਹਾ ਨਹੀਂ ਗਿਆ। ਜੋ ਅੰਮ੍ਰਿਤਸਰ ਦੀ ਧਰਤੀ ਤੋਂ ਲਾਹੌਰ ਜਾਂਦਾ, ਸਭ ਨੂੰ ਪੁੱਛਦੇ ਨੇ, ਪਰ ਸੁਨੇਹਾ ਨਹੀਂ ਗਿਆ। ਇੱਕ ਦਿਨ ਆਪਣੇ ਪਿਆਰੇ ਗੁਰਸਿੱਖਾਂ ਨੂੰ ਇਹ ਬਚਨ ਕਰਕੇ ਆਖਿਆ ਕਿ ਕਾਗਜ਼ ਤੇ ਕਲਮ ਲਿਆਓ। ਕਾਗਜ਼ ਕਲਮ ਮੰਗਵਾ ਕਰਕੇ ਸਾਹਿਬ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੇ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਦੇ ਪਾਵਨ ਚਰਨਾਂ ਵਿੱਚ ਅਰਦਾਸ ਬੇਨਤੀ ਦੇ ਸ਼ਬਦ ਲਿਖ ਕੇ ਭੇਜੇ, ਜਿੱਥੇ ਲਿਖਿਆ ਸੀ, ਮੇਰਾ ਮਨ ਲੋਚੇ ਗੁਰਦਰਸ਼ਨ ਤਾਈ, ਬਿਲਪ ਕਰੇ ਚਾਤ੍ਰਿਕੀ ਨਿਆਈ, ਤ੍ਰਿਖਾ ਨਾ ਉਤਰੈ ਸ਼ਾਂਤ ਨਾ ਆਵੈ, ਬਿਨ ਦਰਸ਼ਨ ਸੰਤ ਪਿਆਰੇ ਜੀਓ। ਰਹਾਓ ਪਾ ਕੇ ਏਕਾ ਸ਼ਬਦ ਲਿਖ ਕੇ ਤੇ ਉਹ ਅਰਦਾਸ ਬੇਨਤੀ ਦਾ ਸ਼ਬਦ, ਉਹ ਪੱਤਰਕਾ ਗੁਰੂ ਕੇ ਸਿੱਖ ਦੇ ਹੱਥ ਅੰਮ੍ਰਿਤਸਰ ਦੀ ਧਰਤੀ 'ਤੇ ਭੇਜਿਆ।
ਮਾਣ ਕਰਦੇ ਨੇ ਵੱਡੇ ਸਤਿਗੁਰਾਂ ਦੇ, ਵੱਡੇ ਸਪੁੱਤਰਾਂ ਦਾ ਵੀ, ਗੁਰੂ ਕੇ ਸਿੱਖ ਕੇ ਵੱਡੇ ਹਨ। ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਦੇ ਭਰਾ ਹਨ। ਤੇ ਦੱਸਦੇ ਹਨ ਕਿ ਪ੍ਰਿਥੀ ਚੰਦ ਨੂੰ ਜਦੋਂ ਦੇਖਿਆ ਤੇ ਮਾਣ ਸਨਮਾਨ ਨਾਲ ਸੀਸ ਝੁਕਾਇਆ ਤੇ ਮਾਣ ਨਾਲ ਅੱਗੋਂ ਦੱਸ ਦਿੱਤਾ ਕਿ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੇ, ਭਾਵ ਕਿ ਸਤਿਗੁਰਾਂ ਦੇ ਵੱਡੇ ਸਪੁੱਤਰ ਤੁਹਾਡੇ ਭਰਾ ਨੇ ਪੱਤਰਕਾ ਭੇਜੀ ਹੈ ਗੁਰੂ ਸਾਹਿਬ ਜੀ ਨੂੰ ਦੇਣ ਵਾਸਤੇ। ਤੇ ਦੱਸਦੇ ਨੇ ਕਿ ਪ੍ਰਿਥੀ ਚੰਦ ਨੇ ਉਹ ਪੱਤਰਕਾ ਆਪਣੇ ਪਾਸ ਰੱਖੀ, ਉਹਨਾਂ ਨੂੰ ਬਾਹਰ ਖਿਲਾਰ ਦਿੱਤਾ। ਗੁਰੂ ਕੇ ਸਿੱਖ ਨੂੰ ਮਹਾਰਾਜ ਦੇ ਪਾਸੋਂ ਹੋ ਕੇ ਵਾਪਸ ਮੁੜੇ ਤੇ ਆਖਿਆ ਕਿ ਮਹਾਰਾਜ ਦੀ ਬੜੀ ਖੁਸ਼ੀ ਹੈ ਤੇ ਉਹਨਾਂ ਨੂੰ ਇਹ ਜਾ ਕੇ ਮਹਾਰਾਜ ਦਾ ਬਚਨ ਦੇਣਾ ਕਿ ਅਜੇ ਜਦੋਂ ਬੁਲਾਉਣਗੇ ਉਦੋਂ ਤੁਸੀਂ ਵਾਪਸ ਅੰਮ੍ਰਿਤਸਰ ਆਉਣਾ, ਅਜੇ ਤੁਸੀਂ ਆਉਣਾ ਨਹੀਂ। ਗੁਰੂ ਕਾ ਸਿੱਖ ਉਸ ਤਰ੍ਹਾਂ ਹੀ ਵਾਪਸ ਚਲਾ ਗਿਆ। ਕੁਝ ਸਮਾਂ ਬਤੀਤ ਹੋਇਆ, ਫਿਰ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੇ ਇੱਕ ਸੁੰਦਰ ਕਾਗਜ਼ ਦੇ ਉੱਤੇ ਪਰਮੇਸ਼ਰ ਦੀ ਸਿਫਤ ਸਲਾਹ ਵਿੱਚ ਬਹੁਤ ਸੁੰਦਰ ਬਚਨਾਂ ਵਿੱਚ ਮਹਾਰਾਜ ਦੇ ਅੱਗੇ ਅਰਦਾਸ ਬੇਨਤੀ ਦਾ ਸ਼ਬਦ ਲਿਖਿਆ। ਤੇਰਾ ਮੁਖ ਸੁਹਾਵਾ ਜੀਓ ਸਹਿਜ ਧੁਨ ਬਾਣੀ, ਚਿਰ ਹੋਆ ਦੇਖੇ ਸਾਰਿੰਗ ਪਾਣੀ। ਇਹ ਸਾਰਾ ਸ਼ਬਦ ਲਿਖ ਕੇ ਦੂਆ ਸ਼ਬਦ ਨਾਲ ਲਿਖ ਕੇ ਰਹਾਓ ਪਾ ਕੇ ਤੇ ਗੁਰੂ ਕੇ ਸਿੱਖ ਦੇ ਰਾਹੀਂ ਮਹਾਰਾਜ ਦੇ ਪਾਸ ਫਿਰ ਭੇਜਿਆ। ਉਸੇ ਹੀ ਤਰ੍ਹਾਂ ਫੇਰ ਹੋਇਆ। ਉਹ ਗੁਰੂ ਕੇ ਸਿੱਖ ਨੇ ਫਿਰ ਪ੍ਰਿਥੀ ਚੰਦ ਨਾਲ ਮਿਲਾਪ ਕੀਤਾ। ਦੂਸਰੀ ਪੱਤਰਕਾ ਵੀ ਪ੍ਰਿਥੀ ਚੰਦ ਨੇ ਆਪਣੇ ਪਾਸ ਰੱਖ ਲਈ। ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਦੇ ਪਾਸੋਂ, ਪਿਤਾ ਸਤਿਗੁਰੂ ਜੀ ਦੇ ਪਾਸੋਂ ਕੁਝ ਸਮਾਂ ਹੋ ਕੇ ਫਿਰ ਉਸੇ ਤਰ੍ਹਾਂ ਜਵਾਬ ਦਿੱਤਾ ਕਿ ਪਿਤਾ ਸਤਿਗੁਰੂ ਜੀ ਦਾ ਇਹ ਬਚਨ ਹੈ ਕਿ ਅਜੇ ਲਾਹੌਰ ਤੋਂ ਵਾਪਸ ਆਉਣਾ ਨਹੀਂ, ਜਦੋਂ ਬੁਲਾਵਾਂਗੇ ਉਦੋਂ ਆਉਣਾ, ਸਭ ਇੱਥੇ ਸੁੱਖ ਸ਼ਾਂਤ ਹੈ, ਇਹ ਜਾ ਕੇ ਸੁਨੇਹਾ ਦੇਣਾ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਦੇ ਪਾਸ ਸਿੱਖ ਨੇ ਜਾ ਕੇ ਉਵੇਂ ਲਿਖਿਆ, ਦੱਸਿਆ। ਸਮਾਂ ਬਤੀਤ ਹੋਇਆ। ਸਾਹਿਬ ਸਤਿਗੁਰੂ ਜੀ ਨੇ ਇੱਕ ਕਾਗਜ਼ ਉੱਤੇ ਇੱਕ ਪੱਤਰਕਾ ਹੋਰ ਲਿਖੀ ਹੈ, ਇੱਕ ਅਰਦਾਸ ਬੇਨਤੀ ਦਾ ਇਹ ਸ਼ਬਦ ਲਿਖਿਆ ਹੈ, ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਹੁਣ ਕਦ ਮਿਲੀਏ ਪ੍ਰੈਤੁਤ ਭਗਵੰਤਾ, ਮੋਹਿ ਰਹਿਣ ਨਾ ਵਿਹਾਵੈ, ਨੀਂਦ ਨਾ ਆਵੇ ਬਿਨ ਦੇਖੇ ਗੁਰ ਦਰਬਾਰੇ ਜੀਓ। ਇਸ ਤਰ੍ਹਾਂ ਕਰਕੇ ਪਰਮੇਸ਼ਰ ਅੱਗੇ ਅਰਦਾਸ ਬੇਨਤੀ ਦਾ ਸ਼ਬਦ ਲਿਖਿਆ। ਤੀਸਰਾ ਅੰਕ ਪਾ ਕੇ ਗੁਰੂ ਕੇ ਸਿੱਖ ਦੇ ਪ੍ਰਤੀ ਬਹੁਤ ਸੁੰਦਰ ਸ਼ਬਦਾਂ ਵਿੱਚ ਇਹ ਬਚਨ ਕੀਤਾ ਕਿ ਪਿਤਾ ਸਤਿਗੁਰੂ ਜੀ ਤੋਂ ਬਿਨਾਂ ਇਹ ਪੱਤਰਕਾ ਕਿਸੇ ਨੂੰ ਦੇਣੀ ਨਹੀਂ। ਗੁਰੂ ਕੇ ਸਿੱਖ ਨੇ ਉਸ ਤਕੀਦ ਨੂੰ ਮੰਨਿਆ। ਅੰਮ੍ਰਿਤਸਰ ਦੀ ਧਰਤੀ 'ਤੇ ਆਇਆ ਵਾਹੋ ਦਾਹੀ, ਆਣ ਕੇ ਦੇਖਿਆ ਪ੍ਰਿਥੀ ਚੰਦ ਜੀ ਸਾਹਮਣੇ ਨੇ। ਜਦੋਂ ਇੱਧਰ ਉੱਧਰ ਨੂੰ ਹੋਏ, ਉਸੇ ਵਕਤ ਪਿਤਾ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਦੇ ਮਹਾਰਾਜ ਦੇ ਪਾਸ ਪਹੁੰਚ ਕੇ ਗੁਰੂ ਕੇ ਸਿੱਖ ਨੇ ਪੱਤਰਕਾ ਦਿੱਤੀ ਹੈ। ਪੱਤਰਕਾ ਖੁਲਵਾਈ ਗਈ। ਬਾਬਾ ਬੁੱਢਾ ਸਾਹਿਬ ਜੀ ਆਦਿ ਗੁਰੂ ਕੇ ਸਿੱਖਾਂ ਨੇ ਪੜ੍ਹਿਆ। ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਨੇ ਸੁਣਿਆ ਇਹ ਸਾਰਾ ਕੁਝ ਤੇ ਗੁਰੂ ਕੇ ਸਿੱਖ ਨੂੰ ਪੁੱਛਿਆ ਕਿ 2 ਪੱਤਰਕਾ ਹੋਰ ਆਈਆਂ ਨੇ, ਉਹ ਕਿੱਥੇ ਨੇ? ਤੇ ਗੁਰੂ ਕੇ ਸਿੱਖ ਨੇ ਆਖਿਆ ਕਿ ਉਹ ਆਪ ਜੀ ਦੇ ਵੱਡੇ ਸਪੁੱਤਰ ਪ੍ਰਿਥੀ ਚੰਦ ਨੂੰ ਦਿੱਤੀਆਂ ਨੇ। ਬੁਲਾਇਆ ਗਿਆ, ਪ੍ਰਿਥੀ ਚੰਦ ਨੂੰ ਪੁੱਛਿਆ, ਉਹਨੇ ਝੂਠ ਬੋਲ ਦਿੱਤਾ ਕਿ ਨਹੀਂ, ਮੇਰੇ ਕੋਲ ਤੇ ਕੋਈ ਪੱਤਰਕਾਰ ਨਹੀਂ, ਮੈਂ ਕਾਗਜ਼ ਨੂੰ ਕੀ ਕਰਨਾ। ਧੰਨ ਗੁਰੂ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਅੰਤਰਜਾਮੀ ਪੁਰਖ ਵਿਧਾਤੇ, ਸਰਦਾ ਮਨ ਕੀ ਪੂਰੇ, ਸਭ ਦੇ ਅੰਦਰ ਦੀਆਂ ਪੂਰੀਆਂ ਕਰਨ ਵਾਲੇ ਸਤਿਗੁਰੂ ਜੀ ਨੇ ਸੁਣਿਆ ਹੈ ਤੇ ਆਖਣ ਲੱਗੇ ਇਹਦੇ ਅੰਦਰ ਦੀ ਖੋਟ ਦੂਰ ਨਹੀਂ ਹੋਈ। ਗੁਰੂ ਸਾਹਿਬ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਵੱਲ ਨੂੰ ਇਸ਼ਾਰਾ ਕੀਤਾ। ਸਨਮਾਨਯੋਗ ਬਾਬਾ ਬੁੱਢਾ ਸਾਹਿਬ ਜੀ ਹੌਲੀ ਜੀ ਉੱਠ ਕੇ ਗਏ ਨੇ, ਘਰ ਗਏ। ਘਰ ਜਾ ਕੇ ਬੜਾ ਅਦਬ ਕੀਤਾ, ਸਨਮਾਨ ਨਾਲ ਬੁਲਾਇਆ ਵੱਡੇ ਸਪੁੱਤਰ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਦੇ ਮਹਿਲ ਘਰਾਂ ਨੂੰ। ਤੇ ਦੱਸਦੇ ਨੇ ਕਿ ਆਖਿਆ ਕਿ ਪਿਤਾ ਸਤਿਗੁਰੂ ਜੀ ਨੇ ਕੋਲ ਬੈਠੇ ਨੇ ਪ੍ਰਿਥੀ ਚੰਦ ਜੀ, ਤੇ ਉਹਨਾਂ ਦੀ ਜੇਬ ਵਿੱਚ 2 ਪੱਤਰਕਾ ਪਈਆਂ ਨੇ, ਉਹ ਸਾਨੂੰ ਦੇ ਦਿਓ। ਪਿਤਾ ਸਤਿਗੁਰੂ ਜੀ ਨੇ ਮੰਗਵਾਈਆਂ ਨੇ, ਪ੍ਰਿਥੀ ਚੰਦ ਨੇ ਉੱਥੇ ਮੰਗਵਾਈਆਂ ਨੇ। ਬਾਬਾ ਬੁੱਢਾ ਸਾਹਿਬ ਜੀ ਦਾ ਬਚਨ ਮਿਠਾਸ ਸੁਣਿਆ ਤੇ ਉਹ ਪੱਤਰਕਾ ਲਿਆਂਦੀਆਂ ਬਾਬਾ ਜੀ ਨੇ ਸਾਹਮਣੇ ਜਦੋਂ ਦੋਨੇ, ਤੇ ਉਸ ਵਕਤ ਇਹ ਖੋਟ ਜਿਹੜੀ ਅੰਦਰੋਂ ਬਾਹਰ ਆਈ। ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਨੇ ਤਿੰਨਾਂ ਦੀ ਸੁਮੇਲਤਾ ਕਰਾਈ। ਫਿਰ ਬੜੇ ਅਦਬ ਦੇ ਨਾਲ ਬਾਬਾ ਬੁੱਢਾ ਸਾਹਿਬ ਜੀ ਤੇ ਹੋਰ ਗੁਰੂ ਕੇ ਸਿੱਖਾਂ ਨੂੰ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੂੰ ਲਿਆਉਣ ਵਾਸਤੇ ਲਾਹੌਰ ਭੇਜਿਆ। ਬਾ ਅਦਬ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੂੰ
बाबा बुढ़ा साहब जी समेत गुरसिखां दे लाहौर की धरती तो लैके आए ने। बहुत भारी सन्मान लाहौर की धरती ते गुरु के सिखां ने भी गुरु अर्जन देव साहब जी महाराज नूं उत्थों तोड़न समय कीता है। महाराज पहुँचे हैं सचखंड श्री हरमंदर साहब जी विखे, जिथे महाराज गुरु रामदास साहब जी सिख संगतां विच दर्शन दे रहे। समेत गुरसिख बाबा बुढ़ा साहब जी गुरु अर्जन देव साहब जी महाराज सच्चे पातशाह जी ने आण के गुरु रामदास साहब जी के चरणों से नमस्कार की है, मत्था टेकिया है। साहिब गुरु रामदास साहब जी महाराज ने गल नाल लाया, अपने कोल बिठाया। धन सतगुरु गुरु रामदास साहब जी महाराज सच्चे पातशाह जियां ने उस वक्त 5 पैसे ते नारियल लैके उस तख्त उत्ते बिठा के गुरु अर्जन देव साहब जी महाराज का इशनान कराउण तो उपरंत तख्त उत्ते बिठा के 5 पैसे नारियल लैके आप गुरु रामदास साहब जी महाराज ने मत्था टेकिया। 3 परिक्रमा कीतियां। बाबा बुढ़ा साहब जी के प्रति वचन किया कि हुण तुसीं जो मर्यादा गुरु नानक साहब जी महाराज सच्चे पातशाह जी ने बन्नी है उस मर्यादा अनुसार केसर का चंदन का तिलक लाओ, अदब सन्मान नाल उस सारी मर्यादा को निभाओ। बाबा जी ने इवें निभा करके धन गुरु अर्जन देव साहब जी महाराज ने गुरता गद्दी बख्शिश की है। वड्डा सपुत्र लड़दा है ते महाराज बचन करते ने, काहे पूत झगरत हो संग बाप, जिनके जने बडीरे तुम हो तिन स्यों झगरत पाप। धन गुरु रामदास साहब सच्चे पातशाह जी ने इवें अज दे दिन धन गुरु अर्जन देव साहब जी महाराज सच्चे पातशाह जियां नूं गुरता गद्दी बख्शिश करके नवाजिया है। अज सतगुरु गुरु अर्जन देव साहब जी महाराज की वडियाई विच जो भट्टां ने भी बहुत सुंदर परमेश्वर की सिफत सलाह की है। जपिओ जिन अर्जन देव गुरु फिर संकट जोन गर्भ ना आयो, कि जिहड़ा गुरु अर्जन देव साहब जी महाराज की सिफत सलाह जुड़ता है उन्होंने किसी तरह का कोई संकट, गर्भ जोनिया का संकट कदी वास्ते उन्होंने नहीं व्यापता। धन सतगुरु गुरु अर्जन देव साहब जी महाराज गुरु तेग बहादुर साहब जी महाराज अपने सारिਆਂ ते तरस करके सदा वास्ते नवाजन, अपने दर दियां असीसां बख्शिश करन, नाम बाणी की बरकत साडे हिरदियां विच वसाउण, होइयां भुल्लां चुकां दी मुआफ़ी। विद्वान सारे गुरु के सिख प्रचारक हैं, किरपा कर देन सदा वास्ते सारे गुरु के सिख सिर ते हथ रखन। गुरु ग्रंथ साहब जी अपने बच्चों के सिर ते हथ रखन, होइयां भुल्लां दी मुआफ़ी। वाहिगुरू जी का खालसा।